ਮੇਰਾ ਨਾਮ ਕੋਮਲ ਹੈ। ਮੈਂ ਆਪਣੇ ਮਾਪਿਆਂ ਦੀ ਇਕੱਲੀ ਧੀ ਹਾਂ। ਰੱਬ ਨੇ ਮੈਨੂੰ ਬਹੁਤ ਸੋਹਣਾ ਬਣਾਇਆ, ਪਰ ਪੈਸੇ ਨਹੀਂ ਦਿੱਤੇ। ਅਸੀਂ ਬਹੁਤ ਗਰੀਬ ਸੀ ਤੇ ਗਰੀਬੀ ਦਾ ਕਾਰਨ ਇਹ ਸੀ ਕਿ ਮੇਰੇ ਪਿਤਾ ਜੀ ਇੱਕ ਜੂਏਬਾਜ਼ ਸਨ ਅਤੇ ਕੋਈ ਕੰਮ ਨਹੀਂ ਕਰਦੇ ਸਨ, ਬਸ ਜੂਆ ਖੇਡਦੇ ਰਹਿੰਦੇ ਸਨ। ਘਰ ਦਾ ਸਾਰਾ ਸਮਾਨ ਵੇਚ ਕੇ ਉਸ ਪੈਸੇ ਨਾਲ ਉਹ ਜੂਆ ਖੇਡ ਆਉਂਦੇ। ਹੌਲੀ ਹੌਲੀ ਘਰ ਦਾ ਸਾਰਾ ਸਮਾਨ ਖਤਮ ਹੋ ਗਿਆ। ਘਰ ਵਿੱਚ ਟੁੱਟੀਆਂ ਫੁੱਟੀਆਂ ਚੀਜ਼ਾਂ ਤੋਂ ਇਲਾਵਾ ਕੁਝ ਵੀ ਨਹੀਂ ਸੀ। ਕਈ ਵਾਰ ਸਾਨੂੰ ਖਾਲੀ ਪੇਟ ਸੌਣਾ ਪੈਂਦਾ ਸੀ। ਸ਼ੁਰੂ ਵਿੱਚ ਮੇਰੀ ਮਾਂ ਨੇ ਮੇਰੇ ਪਿਤਾ ਜੀ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਦੋਨਾਂ ਵਿੱਚੋਂ ਲੜਾਈ ਹੁੰਦੀ ਰਹਿੰਦੀ ਸੀ, ਪਰ ਮੇਰੇ ਪਿਤਾ ਨੇ ਮੇਰੀ ਮਾਂ ਦੀ ਗੱਲ ਨਹੀਂ ਸੁਣੀ। ਕਈ ਵਾਰ ਮੇਰੇ ਪਿਤਾ ਜੀ ਮੇਰੀ ਮਾਂ ਨਾਲ ਕੁੱਟਮਾਰ ਵੀ ਕਰਦੇ। ਤੰਗ ਆ ਕੇ ਮੇਰੀ ਮਾਂ ਨੇ ਮੇਰੇ ਪਿਤਾ ਨੂੰ ਕਹਿਣਾ ਛੱਡ ਦਿੱਤਾ ਅਤੇ ਖੁਦ ਕੰਮ ਕਰਨ ਲੱਗੀ। ਲੋਕਾਂ ਦੇ ਘਰਾਂ ਵਿੱਚ ਸਫਾਈ ਦਾ ਕੰਮ ਕਰਦੀ ਅਤੇ ਲੋਕਾਂ ਦੇ ਜੂਠੇ ਭਾਂਡੇ ਮਾਂਜਦੀ। ਫਿਰ ਸਾਨੂੰ ਸ਼ਾਮ ਦੀ ਰੋਟੀ ਮਿਲਦੀ, ਪਰ ਮੇਰੀ ਮਾਂ ਸਾਡੇ ਨਾਲ ਬਹੁਤੀ ਦੇਰ ਨਾ ਰਹਿ ਸਕੀ। ਮਾਂ ਵੀ ਸਾਡੀ ਦੇਖਭਾਲ ਜ਼ਿਆਦਾ ਸਮਾਂ ਨਾ ਕਰ ਸਕੀ ਤੇ ਪਾਪਾ ਦੇ ਦੁੱਖ ਕਾਰਨ ਇੱਕ ਦਿਨ ਸਾਨੂੰ ਛੱਡ ਕੇ ਚਲੀ ਗਈ। ਰਿਸ਼ਤੇਦਾਰ ਪਹਿਲਾਂ ਹੀ ਸਾਡੇ ਤੋਂ ਮੂੰਹ ਮੋੜ ਚੁੱਕੇ ਸਨ। ਪਿਤਾ ਜੀ ਦੀਆਂ ਗਲਤ ਹਰਕਤਾਂ ਕਰਕੇ ਕੋਈ ਸਾਨੂੰ ਆਪਣੇ ਘਰ ਨਹੀਂ ਬੁਲਾਉਂਦਾ ਸੀ, ਨਾ ਹੀ ਕੋਈ ਸਾਡੇ ਘਰ ਆਉਂਦਾ ਸੀ। ਮਾਂ ਦੇ ਜਾਣ ਤੋਂ ਬਾਅਦ ਮੈਂ ਬਿਲਕੁਲ ਇਕੱਲੀ ਰਹਿ ਗਈ ਸੀ। ਪਾਪਾ ਵੀ ਸਾਰਾ ਦਿਨ ਘਰੋਂ ਗਾਇਬ ਰਹਿੰਦੇ ਸਨ। ਕਦੇ ਸਾਨੂੰ ਰੋਟੀ ਮਿਲਦੀ ਸੀ ਤੇ ਕਦੇ ਭੁੱਖੇ ਸੌਣਾ ਪੈਂਦਾ ਸੀ। ਅੱਜ ਮੈਂ ਘਰ ਬੈਠੀ ਮਾਂ ਨੂੰ ਯਾਦ ਕਰਕੇ ਰੋ ਰਹੀ ਸੀ ਕਿ ਅਚਾਨਕ ਦਰਵਾਜ਼ਾ ਖੁੱਲ੍ਹਿਆ ਤੇ ਬਾਹਰ ਪਾਪਾ ਖੜੇ ਸੀ। ਪਾਪਾ ਮੈਨੂੰ ਦੇਖ ਕੇ ਰੋਣ ਲੱਗੇ ਤੇ ਕਹਿਣ ਲੱਗੇ, ਪੁੱਤਰ ਮੈਨੂੰ ਮਾਫ਼ ਕਰ ਦੇ, ਮੈਂ ਤੈਨੂੰ ਜੂਏ ਵਿੱਚ ਹਾਰ ਗਿਆ ਹਾਂ। ਪਾਪਾ ਦੀ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਰੋਣ ਲੱਗ ਪਈ। ਮੇਰੇ ਕੰਨਾਂ ਵਿੱਚ ਸਿਰਫ ਪਾਪਾ ਦੇ ਸ਼ਬਦ ਹੀ ਗੂੰਜ ਰਹੇ ਸਨ ਕਿ ਮੈਂ ਤੈਨੂੰ ਜੂਏ ਵਿੱਚ ਹਾਰ ਗਿਆ ਹਾਂ, ਮੈਨੂੰ ਮਾਫ਼ ਕਰ ਦੇ। ਕੁਝ ਲੋਕ ਤੁਹਾਨੂੰ ਲੈ ਜਾਣ ਲਈ ਬਾਹਰ ਉਡੀਕ ਕਰ ਰਹੇ ਹਨ, ਇਸ ਲਈ ਤੂੰ ਉਹਨਾਂ ਦੇ ਨਾਲ ਚਲੀ ਜਾ। ਮੈਂ ਗੁੱਸੇ ਨਾਲ ਪਿਤਾ ਜੀ ਵੱਲ ਦੇਖਿਆ ਅਤੇ ਕਿਹਾ, ਪਿਤਾ ਜੀ, ਮੈਂ ਸੋਚ ਵੀ ਨਹੀਂ ਸਕਦੀ ਕਿ ਤੁਸੀਂ ਆਪਣੀ ਧੀ ਨੂੰ ਜੂਏ ਵਿੱਚ ਹਾਰੋਗੇ। ਤੁਸੀਂ ਇੱਕ ਪਿਤਾ ਨਹੀਂ, ਇੱਕ ਕਸਾਈ ਹੋ। ਮੈਂ ਤੁਹਾਨੂੰ ਨਫ਼ਰਤ ਕਰਦੀ ਹਾਂ। ਪਾਪਾ, ਮੈਂ ਤੁਹਾਡਾ ਚਿਹਰਾ ਵੀ ਨਹੀਂ ਦੇਖਣਾ ਚਾਹੁੰਦੀ। ਮੇਰੇ ਪਿਤਾ ਜੀ ਮੇਰੇ ਸਾਹਮਣੇ ਖੜੇ ਹੱਥ ਜੋੜ ਕੇ ਮਾफ़ੀ ਮੰਗ ਰਹੇ ਸਨ ਤੇ ਰੋ ਵੀ ਰਹੇ ਸਨ, ਪਰ ਮੈਨੂੰ ਉਹਨਾਂ ਦੇ ਰੋਣ ਦਾ ਕੋਈ ਪਰਵਾਹ ਨਹੀਂ ਸੀ। ਉਹਨਾਂ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ ਸੀ। ਆਪਣੀ ਧੀ ਨੂੰ ਜੂਏ ਵਿੱਚ ਹਾਰ ਗਏ। ਜੇ ਜੂਆ ਹੀ ਖੇਡਣਾ ਸੀ ਤਾਂ ਮੈਨੂੰ ਦਾਅ 'ਤੇ ਲਾਉਣ ਦੀ ਕੀ ਲੋੜ ਸੀ। ਫਿਰ ਬਾਹਰੋਂ ਦਰਵਾਜ਼ਾ ਖੜਕਾਉਣ ਦੀ ਜ਼ੋਰਦਾਰ ਆਵਾਜ਼ ਆਈ। ਬਾਹਰ ਉਹੀ ਲੋਕ ਦਰਵਾਜ਼ੇ 'ਤੇ ਖੜੇ ਸਨ ਜਿਨ੍ਹਾਂ ਨੇ ਮੈਨੂੰ ਜੂਏ 'ਚ ਜਿੱਤ ਲਿਆ ਸੀ ਤੇ ਕਹਿ ਰਹੇ ਸਨ, ਜਲਦੀ ਕਰੋ, ਸਾਡੇ ਕੋਲ ਸਮਾਂ ਨਹੀਂ ਹੈ, ਨਹੀਂ ਤਾਂ ਅਸੀਂ ਦਰਵਾਜ਼ਾ ਤੋੜ ਕੇ ਅੰਦਰ ਆ ਜਾਵਾਂਗੇ। ਮੈਂ ਪਹਿਲਾਂ ਦਰਵਾਜ਼ੇ ਵੱਲ ਦੇਖਿਆ ਤੇ ਫਿਰ ਆਪਣੇ ਪਿਤਾ ਵੱਲ। ਮੇਰਾ ਜੀ ਕਰਦਾ ਸੀ ਜਾਂ ਤਾਂ ਆਪਣੇ ਪਾਪਾ ਨੂੰ ਮਾਰਦਾ ਜਾਂ ਆਪ ਮਰ ਜਾਵਾਂ। ਪਾਪਾ ਨੇ ਫਿਰ ਕਿਹਾ, ਮੈਨੂੰ ਮਾਫ਼ ਕਰ ਦੇ, ਮੈਂ ਤੇਰਾ ਗੁਨਾਹਗਾਰ ਹਾਂ। ਫਿਰ ਮੈਨੂੰ ਹੱਥ ਫੜ ਕੇ ਬਾਹਰ ਕੱਢ ਲਿਆਏ। ਬਾਹਰ ਦੋ ਮੁੰਡੇ ਖੜੇ ਸਨ ਜੋ ਦੇਖਣ ਤੋਂ ਬਦਮਾਸ਼ ਲੱਗ ਰਹੇ ਸਨ। ਪਾਪਾ ਨੇ ਮੇਰਾ ਹੱਥ ਉਹਨਾਂ ਮੁੰਡਿਆਂ ਨੂੰ ਫੜਾ ਦਿੱਤਾ ਅਤੇ ਉਹ ਮੈਨੂੰ ਲੈ ਕੇ ਕਾਰ ਵਿੱਚ ਬੈਠ ਗਏ। ਮੈਂ ਚੀਕਾਂ ਮਾਰਦੀ ਰਹੀ, ਪਾਪਾ ਪਾਪਾ ਕਹਿੰਦੀ ਰਹੀ। ਪਾਪਾ ਬੂਹੇ 'ਤੇ ਬੈਠੇ ਰੋਂਦੇ ਰਹੇ। ਦੋਵੇਂ ਲੜਕੇ ਮੈਨੂੰ ਕੋਠੇ 'ਤੇ ਲੈ ਗਏ ਤੇ ਮੈਨੂੰ ਕੋਠੇ ਦੀ ਮਾਲਕਣ ਕੋਲ ਵੇਚ ਦਿੱਤਾ। ਉਹ ਖੁਸ਼ੀ-ਖੁਸ਼ੀ ਪੈਸੇ ਲੈ ਕੇ ਚਲੇ ਗਏ। ਉਸ ਔਰਤ ਨੇ ਇੱਕ ਲੜਕੇ ਨੂੰ ਬੁਲਾਇਆ ਅਤੇ ਕਿਹਾ, ਅਲੀ, ਇਸ ਨੂੰ ਕੁੜੀਆਂ ਦੇ ਕਮਰੇ ਵਿੱਚ ਲੈ ਜਾ, ਅੱਜ ਤੋਂ ਇਹ ਇੱਥੇ ਹੀ ਰਹੇਗੀ। ਉਹ ਔਰਤ ਬਹੁਤ ਡਰਾਵਨੀ ਦਿਖ ਰਹੀ ਸੀ, ਚਿਹਰਾ ਮੇਕਅਪ ਨਾਲ ਭਰਿਆ ਹੋਇਆ ਸੀ। ਮੈਂ ਡਰ ਦੇ ਮਾਰੇ ਉਸ ਲੜਕੇ ਦੇ ਨਾਲ ਕਮਰੇ ਵਿੱਚ ਚਲੀ ਗਈ। ਉੱਥੇ 6-7 ਹੋਰ ਕੁੜੀਆਂ ਵੀ ਮੌਜੂਦ ਸਨ ਜੋ ਮੇਰੇ ਵੱਲ ਦੇਖ ਰਹੀਆਂ ਸਨ। ਮੈਂ ਮੰਜੇ 'ਤੇ ਬੈਠ ਕੇ ਰੋਣ ਲੱਗ ਪਈ। ਸਾਰੀਆਂ ਕੁੜੀਆਂ ਮੈਨੂੰ ਅਜੀਬ ਜਿਹੀਆਂ ਨਜ਼ਰਾਂ ਦੇ ਨਾਲ ਦੇਖ ਰਹੀਆਂ ਸਨ। ਉਹਨਾਂ ਦੀਆਂ ਅੱਖਾਂ ਵਿੱਚ ਮੇਰੇ ਲਈ ਬਿਲਕੁਲ ਵੀ ਤਰਸ ਨਹੀਂ ਸੀ, ਪਰ ਇੱਕ ਲੜਕੀ ਨੂੰ ਮੇਰੇ 'ਤੇ ਤਰਸ ਆਇਆ ਅਤੇ ਉਹ ਉੱਠ ਕੇ ਮੇਰੇ ਕੋਲ ਆ ਗਈ ਤੇ ਕਹਿਣ ਲੱਗੀ ਕਿ ਜਿਹੜੀ ਵੀ ਕੁੜੀ ਇੱਥੇ ਆਉਂਦੀ ਹੈ ਉਸ ਦਾ ਰੋਣਾ ਬੇਕਾਰ ਹੈ, ਇਸ ਲਈ ਤੂੰ ਵੀ ਨਾ ਰੋ ਅਤੇ ਸਬਰ ਨਾਲ ਕੰਮ ਲੈ। ਔਰ ਸਹੀ ਸੀ, ਪਰ ਮੈਂ ਕੀ ਕਰ ਸਕਦੀ ਸੀ। ਮੇਰਾ ਜੀ ਕਰਦਾ ਸੀ ਬਸ ਰੋਈ ਜਾਵਾਂ। ਮੇਰੇ ਪਿਤਾ ਮੈਨੂੰ ਜੂਏ ਵਿੱਚ ਹਾਰ ਗਏ ਸਨ। ਉਹ ਕਿਹੋ ਜਿਹੇ ਪਿਤਾ ਸੀ। ਉਸ ਪਿਤਾ ਨੂੰ ਆਪਣੀ ਧੀ ਲਈ ਕੋਈ ਤਰਸ ਨਹੀਂ ਆਇਆ। ਇਸ ਕੋਠੇ ਵਿੱਚ ਮੁਜਰੇ ਤੋਂ ਇਲਾਵਾ ਹੋਰ ਵੀ ਗਲਤ ਕੰਮ ਹੁੰਦੇ ਸਨ। ਉੱਥੇ ਸਾਰੀਆਂ ਕੁੜੀਆਂ ਗਲਤ ਕੰਮ ਵਿੱਚ ਲੱਗੀਆਂ ਹੋਈਆਂ ਸਨ।
ਅਜੇ ਕੁਝ ਹੀ ਸਮਾਂ ਹੋਇਆ ਸੀ ਕਿ ਅਲੀ ਆਇਆ ਤੇ ਮੇਰੀ ਫੋਟੋ ਖਿੱਚ ਕੇ ਲੈ ਗਿਆ। ਮੈਂ ਉਸ ਕੁੜੀ ਨੂੰ ਪੁੱਛਿਆ ਕਿ ਅਲੀ ਮੇਰੀ ਫੋਟੋ ਖਿੱਚ ਕੇ ਕਿਉਂ ਲੈ ਗਿਆ। ਉਹ ਕੁੜੀ ਕਹਿਣ ਲੱਗੀ ਕਿ ਜਦੋਂ ਕੋਈ ਗਾਹਕ ਆਉਂਦਾ ਹੈ ਤਾਂ ਕੋਠੇ ਵਾਲੀ ਔਰਤ ਉਹਨਾਂ ਨੂੰ ਤਸਵੀਰ ਦਿਖਾਉਂਦੀ ਹੈ। ਜਿਹੜੀ ਕੁੜੀ ਪਸੰਦ ਆਵੇਗੀ ਉਹ ਉਸ ਕੁੜੀ ਕੋਲ ਰਾਤ ਕੱਟੇਗਾ। ਇਹ ਸੁਣ ਕੇ ਮੇਰੀ ਰੂਹ ਕੰਬ ਗਈ। ਮੈਨੂੰ ਇਸ ਬਾਰੇ ਸੋਚ ਕੇ ਘਿਣ ਆ ਰਹੀ ਸੀ। ਜਦੋਂ ਰਾਤ ਹੋਈ ਤਾਂ ਅਲੀ ਕਮਰੇ ਵਿੱਚ ਆਇਆ ਅਤੇ ਇੱਕ ਕੁੜੀ ਦਾ ਨਾਮ ਲਿਆ, ਰੇਨੂ ਆ ਜਾ। ਮੈਂ ਬਹੁਤ ਡਰੀ ਹੋਈ ਸੀ ਕਿ ਅਲੀ ਦੁਬਾਰਾ ਆਏਗਾ ਤੇ ਮੇਰਾ ਹੀ ਨਾਮ ਬੋਲੇਗਾ। ਮੈਂ ਮਨ ਹੀ ਮਨ ਵਿੱਚ ਰੱਬ ਤੋਂ ਆਪਣੀ ਇੱਜ਼ਤ ਦੀ ਭੀਖ ਮੰਗ ਰਹੀ ਸੀ ਕਿ ਮੇਰੀ ਵਾਰੀ ਨਾ ਆਵੇ। ਉਹ ਬਾਰ-ਬਾਰ ਆਉਂਦਾ ਤੇ ਕਿਸੇ ਕੁੜੀ ਦਾ ਨਾਂ ਬੋਲਦਾ ਤੇ ਉਸ ਨੂੰ ਆਪਣੇ ਨਾਲ ਲੈ ਜਾਂਦਾ। ਹੌਲੀ-ਹੌਲੀ ਅੰਤ ਵਿੱਚ ਮੈਂ ਬਚ ਗਈ। ਹੁਣ ਮੈਨੂੰ ਯਕੀਨ ਸੀ ਕਿ ਇਸ ਵਾਰ ਉਹ ਮੈਨੂੰ ਹੀ ਲੈ ਕੇ ਜਾਵੇਗਾ ਅਤੇ ਮੈਂ ਇਹ ਸੋਚ ਕੇ ਕੰਬ ਰਹੀ ਸੀ। ਮੈਂ ਕਿਸੇ ਅਜਨਬੀ ਦੇ ਨੇੜੇ ਜਾਣ ਬਾਰੇ ਸੋਚ ਕੇ ਪਿੱਛੇ ਹਟ ਗਈ। ਸਾਰੀ ਰਾਤ ਬੀਤ ਗਈ ਪਰ ਗਾਹਕ ਮੇਰੇ ਲਈ ਨਹੀਂ ਆਇਆ। ਇਸ ਲਈ ਮੈਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਉਸਨੇ ਮੇਰੀ ਇੱਜ਼ਤ ਬਚਾਈ। ਮੇਰਾ ਰੱਬ ਮੇਰੇ ਤੇ ਬਹੁਤ ਮਿਹਰਬਾਨ ਸੀ ਕਿ ਮੇਰੀ ਇੱਜ਼ਤ ਕਿਸੇ ਅਣਜਾਣ ਜਗ੍ਹਾ ਤੇ ਸੁਰੱਖਿਅਤ ਅਤੇ ਸਹੀ ਸੀ। ਫਿਰ ਵੀ ਹਰ ਪਲ ਮੈਨੂੰ ਡਰ ਰਹਿੰਦਾ ਸੀ ਕਿ ਅਲੀ ਕਦੋਂ ਆ ਕੇ ਮੇਰਾ ਨਾਂ ਲੈ ਦੇਵੇ। ਇਸ ਕਰਕੇ ਮੈਂ ਸਾਰੀ ਰਾਤ ਸੌਂ ਨਾ ਸਕੀ। ਜਦੋਂ ਸਵੇਰ ਹੋਈ ਤਾਂ ਸਾਰੀਆਂ ਕੁੜੀਆਂ ਇੱਕ-ਇੱਕ ਕਰਕੇ ਆ ਗਈਆਂ ਅਤੇ ਆਪਣੇ-ਆਪਣੇ ਬਿਸਤਰੇ 'ਤੇ ਸੌਂ ਗਈਆਂ। ਸਾਰੀ ਰਾਤ ਜਾਗਦੇ ਰਹਿਣ ਕਾਰਨ ਮੈਨੂੰ ਵੀ ਨੀਂਦ ਆ ਰਹੀ ਸੀ। ਇਸ ਕਰਕੇ ਮੈਂ ਵੀ ਸੌਂ ਗਈ। ਸਮਾਂ ਦੁਪਹਿਰ ਦੇ 2 ਵਜੇ ਦਾ ਸੀ ਜਦੋਂ ਅਲੀ ਨੇ ਆ ਕੇ ਸਾਰੀਆਂ ਕੁੜੀਆਂ ਨੂੰ ਜਗਾਇਆ, ਪਰ ਅਲੀ ਨੇ ਮੈਨੂੰ ਨਹੀਂ ਜਗਾਇਆ। ਪਤਾ ਨਹੀਂ ਕਿਉਂ ਸ਼ਾਮ ਨੂੰ ਮਾਲਕਣ ਕਮਰੇ ਵਿੱਚ ਆਈ ਅਤੇ ਬੜੇ ਗੁੱਸੇ ਵਿੱਚ ਬੋਲੀ, ਰਾਤ ਨੂੰ ਕੌਣ ਬਿਮਾਰ ਸੀ? ਸਾਰੀਆਂ ਕੁੜੀਆਂ ਨੇ ਇੱਕ ਦੂਜੇ ਵੱਲ ਦੇਖਿਆ। ਫਿਰ ਇੱਕ ਲੜਕੀ ਨੇ ਮੇਰੇ ਵੱਲ ਇਸ਼ਾਰਾ ਕੀਤਾ ਤਾਂ ਮਾਲਕਣ ਮੇਰੇ ਕੋਲ ਆਈ ਅਤੇ ਮੈਨੂੰ ਉੱਪਰ ਤੋਂ ਹੇਠਾਂ ਤੱਕ ਧਿਆਨ ਨਾਲ ਵੇਖ ਕੇ ਬੋਲੀ, ਵੇਖ ਕੁੜੀਏ, ਮੈਂ ਤੁਹਾਨੂੰ ਭਾਰੀ ਕੀਮਤ ਦੇ ਕੇ ਖਰੀਦਿਆ ਹੈ। ਇਸ ਲਈ ਖਰਾਬ ਸਿਹਤ ਦਾ ਬਹਾਨਾ ਨਹੀਂ ਚੱਲੇਗਾ। ਤੂੰ ਹਮੇਸ਼ਾ ਇੱਥੇ ਹੀ ਰਹਿਣਾ ਹੈ ਅਤੇ ਜੋ ਮੈਂ ਕਹਾਂਗੀ ਤੈਨੂੰ ਉਹੀ ਕਰਨਾ ਪੈਣਾ ਹੈ, ਨਹੀਂ ਤਾਂ ਇਹ ਤੇਰੇ ਲਈ ਚੰਗਾ ਨਹੀਂ ਹੋਵੇਗਾ। ਤੇਰਾ ਭਲਾ ਇਸੇ ਵਿੱਚ ਹੈ ਕਿ ਤੂੰ ਰੋਣਾ ਬੰਦ ਕਰ ਤੇ ਆਪਣਾ ਘਰ ਭੁੱਲ ਜਾ। ਮੈਂ ਉਸ ਔਰਤ ਅੱਗੇ ਹੱਥ ਜੋੜ ਕੇ ਉਸ ਦੀ ਮਿੰਨਤ ਕਰਨ ਲੱਗੀ, ਰੱਬ ਦੀ ਖਾਤਰ ਮੈਨੂੰ ਜਾਣ ਦਿਓ। ਮੈਂ ਉਸ ਕਿਸਮ ਦੀ ਕੁੜੀ ਨਹੀਂ ਹਾਂ। ਮੈਂ ਇੱਕ ਇੱਜ਼ਤਦਾਰ ਪਰਿਵਾਰ ਨਾਲ ਸੰਬੰਧਿਤ ਹਾਂ। ਮਾਲਕਿਨ ਗੁੱਸੇ ਨਾਲ ਮੇਰੇ ਆਲੇ ਦੁਆਲੇ ਘੁੰਮਣ ਲੱਗੀ। ਫਿਰ ਸਾਰੀਆਂ ਕੁੜੀਆਂ ਵੱਲ ਦੇਖ ਕੇ ਕਹਿਣ ਲੱਗੀ, ਇਹ ਸਾਰੀਆਂ ਕੁੜੀਆਂ ਵੀ ਇੱਜ਼ਤਦਾਰ ਪਰਿਵਾਰਾਂ ਨਾਲ ਸੰਬੰਧਿਤ ਹਨ। ਮੇਰੇ ਕੋਲ ਕਹਿਣ ਅਤੇ ਸੁਣਨ ਲਈ ਹੋਰ ਕੁਝ ਨਹੀਂ ਹੈ। ਅੱਜ ਰਾਤ ਇੱਕ ਬਹੁਤ ਹੀ ਖਾਸ ਗ੍ਰਾਹਕ ਆ ਰਿਹਾ ਹੈ। ਤੂੰ ਸਾਰੀਆਂ ਕੁੜੀਆਂ ਵਿੱਚੋਂ ਸਭ ਤੋਂ ਸੋਹਣੀ ਹੈ ਅਤੇ ਜਵਾਨ ਵੀ ਹੈ। ਉਸ ਨੂੰ ਸੁੰਦਰ ਅਤੇ ਜਵਾਨ ਕੁੜੀਆਂ ਪਸੰਦ ਹਨ। ਇਸ ਲਈ ਚੰਗੀ ਤਰ੍ਹਾਂ ਤਿਆਰ ਹੋ ਜਾ। ਅਲੀ ਤੇਰੇ ਲਈ ਨਵਾਂ ਸੂਟ ਲਿਆਏਗਾ। ਫਿਰ ਉਹ ਦੂਜੀਆਂ ਕੁੜੀਆਂ ਨੂੰ ਵੀ ਤਿਆਰ ਹੋਣ ਲਈ ਕਹਿ ਕੇ ਚਲੀ ਗਈ ਅਤੇ ਮੈਂ ਮੰਜੇ 'ਤੇ ਬੈਠ ਕੇ ਫੁੱਟ-ਫੁੱਟ ਕਰਕੇ ਰੋਣ ਲੱਗੀ। ਅਲੀ ਮੇਰੇ ਲਈ ਨਵਾਂ ਸੂਟ ਲੈ ਆਇਆ ਸੀ। ਪਹਿਲਾਂ ਤਾਂ ਮੈਂ ਤਿਆਰ ਨਹੀਂ ਹੋਣਾ ਚਾਹੁੰਦੀ ਸੀ, ਪਰ ਇੱਕ ਕੁੜੀ ਨੇ ਮੈਨੂੰ ਦੱਸਿਆ ਕਿ ਜੋ ਕੁੜੀ ਆਪਣੀ ਮਾਲਕਣ ਦਾ ਕਹਿਣਾ ਨਹੀਂ ਮੰਨਦੀ ਉਹ ਉਸ ਨਾਲ ਕੁੱਟਮਾਰ ਕਰਦੀ ਹੈ। ਮੈਂ ਡਰ ਗਈ ਸੀ। ਤਿਆਰ ਹੋ ਕੇ ਇੱਕ ਥਾਂ ਬੈਠ ਗਈ। ਇਹ ਸੱਚ ਸੀ ਕਿ ਮੈਂ ਉੱਥੇ ਸਾਰੀਆਂ ਕੁੜੀਆਂ ਤੋਂ ਸੋਹਣੀ ਸੀ। ਇਸੇ ਲਈ ਜਦੋਂ ਮੈਂ ਤਿਆਰ ਹੋ ਕੇ ਬੈਠੀ ਤਾਂ ਸਾਰੀਆਂ ਕੁੜੀਆਂ ਮੇਰੇ ਵੱਲ ਦੇਖ ਰਹੀਆਂ ਸਨ। ਰਾਤ ਪੈ ਗਈ ਅਤੇ ਗਾਹਕ ਆਉਣ ਜਾਣ ਲੱਗੇ। ਅਲੀ ਕਮਰੇ ਵਿੱਚ ਆ ਕੇ ਕੁੜੀ ਦਾ ਨਾਂ ਲੈ ਕੇ ਬੁਲਾ ਲੈਂਦਾ ਤੇ ਕੁੜੀ ਵੀ ਨਾਲ ਚਲੀ ਜਾਂਦੀ। ਮਾਲਕਣ ਦੀ ਗੱਲ ਮੇਰੇ ਕੰਨਾਂ ਵਿੱਚ ਗੂੰਜ ਰਹੀ ਸੀ ਕਿ ਅੱਜ ਰਾਤ ਕੋਈ ਖਾਸ ਗ੍ਰਾਹਕ ਆ ਰਿਹਾ ਹੈ। ਉਸ ਨੂੰ ਸੁੰਦਰ ਕੁੜੀਆਂ ਪਸੰਦ ਹਨ। ਹੋ ਸਕਦਾ ਹੈ ਕਿ ਉਹ ਮੈਨੂੰ ਪਸੰਦ ਕਰ ਲਵੇ ਅਤੇ ਮੈਨੂੰ ਉਸ ਨਾਲ ਰਾਤ ਬਿਤਾਉਣੀ ਪਵੇ। ਮੈਂ ਅੰਦਰ ਹੀ ਅੰਦਰ ਕੰਬ ਰਹੀ ਸੀ। ਸਮਾਂ ਬੀਤਦਾ ਗਿਆ। ਉਸ ਰਾਤ ਵੀ ਅਜਿਹਾ ਹੀ ਹੋਇਆ। ਸਾਰੀਆਂ ਕੁੜੀਆਂ ਚਲੀਆਂ ਗਈਆਂ ਅਤੇ ਮੈਂ ਰਹਿ ਗਈ। ਸਾਰੀ ਰਾਤ ਮੈਂ ਜਾਗਦੀ ਰਹੀ ਪਰ ਅਲੀ ਮੈਨੂੰ ਬੁਲਾਉਣ ਨਹੀਂ ਆਇਆ। ਮੈਂ ਫਿਰ ਰੱਬ ਦਾ ਧੰਨਵਾਦ ਕੀਤਾ। ਉਸਨੇ ਇੱਕ ਵਾਰ ਫਿਰ ਮੇਰੀ ਇੱਜ਼ਤ ਬਚਾਈ ਸੀ। ਸਵੇਰ ਹੋ ਗਈ ਹੈ ਅਤੇ ਸਾਰੀਆਂ ਕੁੜੀਆਂ ਕਮਰੇ ਵਿੱਚ ਮੁੜ ਆਈਆਂ ਤੇ ਸੌਂ ਗਈਆਂ। ਮੈਨੂੰ ਨੀਂਦ ਵੀ ਆ ਰਹੀ ਸੀ। ਹੁਣ ਇਹ ਹਰ ਰੋਜ਼ ਹੋ ਰਿਹਾ ਸੀ। ਮੈਂ ਸਮਝ ਨਹੀਂ ਸਕੀ ਕਿ ਗ੍ਰਾਹਕ ਮੈਨੂੰ ਕਿਉਂ ਪਸੰਦ ਨਹੀਂ ਕਰਦੇ। ਇਸ ਗੱਲੋਂ ਇਹ ਮੇਰੇ ਲਈ ਬਹੁਤ ਵਧੀਆ ਸੀ। ਬਸ ਇਹ ਗੱਲ ਮੇਰੇ ਦਿਮਾਗ ਵਿੱਚ ਆਉਂਦੀ ਸੀ ਕਿ ਮੈਂ ਹੀ ਕਿਉਂ ਬਚ ਗਈ, ਕੋਈ ਮੈਨੂੰ ਬੁਲਾਉਂਦਾ ਕਿਉਂ ਨਹੀਂ। ਮੈਂ ਬਹੁਤ ਸੋਹਣੀ ਸੀ, ਫਿਰ ਵੀ ਕਿਸੇ ਨੇ ਮੈਨੂੰ ਪਸੰਦ ਕਿਉਂ ਨਹੀਂ ਕੀਤਾ। ਮੈਂ ਆਪਣੇ ਪਰਿਵਾਰ ਵਿੱਚ ਸਭ ਤੋਂ ਖੂਬਸੂਰਤ ਸੀ। ਮੇਰੇ ਚਾਚੇ ਤਾਇਆਂ ਦੀਆਂ ਕੁੜੀਆਂ ਮੇਰੇ ਤੋਂ ਈਰਖਾ ਕਰਦੀਆਂ ਸਨ।
ਪਰ ਮੇਰੇ ਪਿਤਾ ਦੇ ਗਲਤ ਕੰਮਾਂ ਕਾਰਨ ਕੋਈ ਰਿਸ਼ਤੇਦਾਰ ਸਾਡੇ ਘਰ ਨਹੀਂ ਆਉਂਦਾ ਸੀ ਅਤੇ ਮੇਰੇ ਪਿਤਾ ਦੀਆਂ ਗਲਤ ਆਦਤਾਂ ਕਾਰਨ ਅੱਜ ਤੱਕ ਮੇਰਾ ਕੋਈ ਰਿਸ਼ਤਾ ਵੀ ਨਹੀਂ ਆਇਆ ਸੀ। ਕਈ ਵਾਰ ਮਾਪਿਆਂ ਦੇ ਮਾੜੇ ਕਰਮ ਬੱਚਿਆਂ ਨੂੰ ਦੁੱਖ ਦਿੰਦੇ ਹਨ। ਉਹਨਾਂ ਦੇ ਕਾਲੇ ਕਰਮਾਂ ਦੇ ਦਾਗ ਬੱਚਿਆਂ ਦੇ ਸਿਰ ਤੇ ਲੱਗ ਜਾਂਦੇ ਹਨ ਅਤੇ ਇਹ ਕਾਲੇ ਧੱਬੇ ਉਹਨਾਂ ਦੇ ਵਿਆਹ ਵਿੱਚ ਵੀ ਰੁਕਾਵਟ ਬਣ ਜਾਂਦੇ ਹਨ। ਮੇਰੀ ਮਾਂ ਬਹੁਤ ਚੰਗੀ ਅਤੇ ਬਹੁਤ ਸਬਰ ਕਰਨ ਵਾਲੀ ਔਰਤ ਸੀ, ਪਰ ਮੇਰੇ ਪਿਤਾ ਜੀ ਚੰਗੇ ਨਹੀਂ ਸਨ। ਮਾਂ ਮੈਨੂੰ ਕਹਿੰਦੀ ਸੀ ਕਿ ਤੇਰੇ ਬਾਪੂ ਵਿਆਹ ਤੋਂ ਪਹਿਲਾਂ ਠੀਕ ਸਨ, ਉਸ ਨੂੰ ਵਿਆਹ ਤੋਂ ਬਾਅਦ ਹੀ ਜੂਆ ਖੇਡਣ ਦੀ ਆਦਤ ਪੈ ਗਈ। ਜਦੋਂ ਉਸਨੇ ਘਰ ਦਾ ਸਾਰਾ ਸਮਾਨ ਵੇਚ ਦਿੱਤਾ ਸੀ ਤਾਂ ਉਸ ਦੀ ਨਿਗਾਹ ਉਸ ਦੇ ਪੈਸਿਆਂ 'ਤੇ ਸੀ। ਜਦੋਂ ਮਾਂ ਇੱਧਰ ਉੱਧਰ ਕੰਮ ਕਰਕੇ ਪੈਸੇ ਲੈ ਕੇ ਘਰ ਆਉਂਦੀ ਤਾਂ ਪਾਪਾ ਜ਼ਬਰਦਸਤੀ ਉਹ ਪੈਸੇ ਲੈ ਕੇ ਜੂਏ ਖੇਡਣ ਚਲੇ ਜਾਂਦੇ। ਮੰਮੀ ਉਸ ਨੂੰ ਲੱਖ ਵਾਰ ਸਮਝਾਉਂਦੀ ਹੈ ਕਿ ਰਾਜ ਆਪਣੀ ਇਹ ਭੈੜੀ ਆਦਤ ਛੱਡ ਦੇ, ਇਹ ਹਰਾਮ ਦੀ ਕਮਾਈ ਹੈ ਅਤੇ ਇਹ ਸਾਡੇ ਘਰ ਨੂੰ ਬਰਬਾਦ ਕਰ ਦੇਵੇਗੀ। ਤੁਹਾਡੀਆਂ ਗਲਤ ਆਦਤਾਂ ਕਾਰਨ ਕੋਮਲ ਲਈ ਕੋਈ ਰਿਸ਼ਤਾ ਵੀ ਨਹੀਂ ਆ ਰਿਹਾ। ਕੋਈ ਵੀ ਸਾਡੇ ਘਰ ਆਉਣਾ ਪਸੰਦ ਨਹੀਂ ਕਰਦਾ, ਫਿਰ ਕੋਈ ਸਾਡੀ ਧੀ ਨੂੰ ਆਪਣੇ ਘਰ ਦੀ ਨੂੰਹ ਕਿਉਂ ਬਣਾਏਗਾ? ਪਰ ਮੇਰੇ ਪਾਪਾ ਨੂੰ ਕੁਝ ਸਮਝ ਨਹੀਂ ਸੀ ਆਉਂਦਾ। ਮਾਂ ਬਹੁਤਾ ਕਹਿੰਦੀ ਤਾਂ ਮਾਂ ਨੂੰ ਕੁੱਟ ਦਿੰਦਾ। ਕਈ ਵਾਰ ਮੈਨੂੰ ਅਤੇ ਮੇਰੀ ਮਾਂ ਨੂੰ ਪਾਣੀ ਪੀ ਕੇ ਹੀ ਸੌਣਾ ਪੈਂਦਾ ਸੀ। ਮਾਂ ਦੇ ਜਾਣ ਤੋਂ ਬਾਅਦ ਮੈਂ ਬਿਲਕੁਲ ਇਕੱਲੀ ਰਹਿ ਗਈ ਸੀ, ਪਰ ਮੈਨੂੰ ਕਦੇ ਉਮੀਦ ਨਹੀਂ ਸੀ ਕਿ ਮੇਰੇ ਪਿਤਾ ਜੀ ਮੇਰੇ ਨਾਲ ਅਜਿਹਾ ਕਰਨਗੇ। ਜੇ ਮੈਨੂੰ ਪਹਿਲਾਂ ਤੋਂ ਹੀ ਹਲਕੀ ਜਿਹੀ ਸੂਹ ਮਿਲ ਜਾਂਦੀ ਤਾਂ ਮੈਂ ਉੱਥੋਂ ਭੱਜ ਕੇ ਕਿਤੇ ਵੀ ਚਲੀ ਜਾਂਦੀ, ਪਰ ਉਸ ਘਰ ਵਿੱਚ ਨਾ ਰਹਿੰਦੀ। ਇਸ ਕੋਠੇ ਵਿੱਚ ਮੇਰਾ ਦਮ ਘੁੱਟਦਾ ਰਹਿੰਦਾ ਸੀ। ਮੈਨੂੰ ਹਰ ਪਲ ਆਪਣੀ ਇੱਜ਼ਤ ਦੀ ਚਿੰਤਾ ਰਹਿੰਦੀ ਸੀ। ਮੈਂ ਇੱਥੋਂ ਭੱਜਣਾ ਚਾਹੁੰਦੀ ਸੀ। ਕਈ ਵਾਰ ਮੈਂ ਸੋਚਦੀ ਸੀ ਕਿ ਮੈਂ ਆਪਣੇ ਆਪ ਨੂੰ ਮਾਰ ਲਵਾਂ, ਕਿਉਂਕਿ ਇਸ ਜ਼ਿੰਦਗੀ ਨਾਲੋਂ ਮੌਤ ਚੰਗੀ ਹੈ। ਪਰ ਮਰਨ ਤੋਂ ਪਹਿਲਾਂ ਮੈਂ ਇੱਥੋਂ ਭੱਜਣ ਦੀ ਕੋਸ਼ਿਸ਼ ਜ਼ਰੂਰ ਕਰਨਾ ਚਾਹੁੰਦੀ ਹਾਂ, ਪਰ ਇੱਥੋਂ ਭੱਜਣਾ ਬਹੁਤ ਮੁਸ਼ਕਲ ਸੀ। ਕੋਠੇ ਦੇ ਮਾਲਕ ਨੇ ਬਾਹਰਲੇ ਗੇਟ ਦੇ 2 ਪਹਿਰੇਦਾਰ ਰੱਖੇ ਹੋਏ ਸਨ, ਜੋ ਦਿਨ ਵੇਲੇ ਪਹਿਰਾ ਦਿੰਦੇ ਸਨ ਅਤੇ ਰਾਤ ਨੂੰ ਵੀ ਪਹਿਰਾ ਦਿੰਦੇ ਸਨ। ਮੈਨੂੰ ਇੱਥੋਂ ਨਿਕਲਣ ਦਾ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਸੀ। ਹੌਲੀ ਹੌਲੀ ਮੈਨੂੰ ਇੱਥੇ ਆਏ ਨੂੰ 1 ਹਫ਼ਤਾ ਹੋ ਗਿਆ ਸੀ, ਪਰ ਹੁਣ ਤੱਕ ਮੈਂ ਕਿਸੇ ਵੀ ਗਾਹਕ ਨੂੰ ਪਸੰਦ ਨਹੀਂ ਸੀ ਆਈ। ਮੇਰੀ ਸਾਰੀ ਰਾਤ ਇਸ ਡਰ ਨਾਲ ਲੰਘਦੀ ਕਿ ਕੋਈ ਮੈਨੂੰ ਪਸੰਦ ਨਾ ਕਰ ਲਵੇ, ਪਰ ਫਿਰ ਸਾਰੀ ਰਾਤ ਲੰਘ ਜਾਂਦੀ ਸੀ ਅਤੇ ਅਲੀ ਮੈਨੂੰ ਬੁਲਾਉਣ ਨਹੀਂ ਆਉਂਦਾ। ਸਵੇਰੇ ਜਾ ਕੇ ਮੈਨੂੰ ਨੀਂਦ ਆਉਂਦੀ। ਮੇਰੇ ਕਮਰੇ ਦੀਆਂ ਸਾਰੀਆਂ ਕੁੜੀਆਂ ਵੀ ਹੈਰਾਨ ਸਨ। ਇੰਨੇ ਦਿਨ ਚਲੇ ਜਾਣ ਤੋਂ ਬਾਅਦ ਵੀ ਕੋਈ ਮੈਨੂੰ ਪਸੰਦ ਕਿਉਂ ਨਹੀਂ ਕਰ ਰਿਹਾ ਸੀ। ਉਹ ਸਾਰੀਆਂ ਕੁੜੀਆਂ ਮੇਰੇ ਬਾਰੇ ਘੁਸਰ-ਮੁਸਰ ਕਰਨ ਲੱਗ ਪਈਆਂ। ਮੈਂ ਕੁੜੀਆਂ ਦੀਆਂ ਗੱਲਾਂ ਸੁਣਦੀ ਸੀ ਤੇ ਇੱਕ ਕੰਨ ਤੋਂ ਸੁਣ ਕੇ ਦੂਜੇ ਕੰਨੋਂ ਕੱਢ ਦਿੰਦੀ ਸੀ। ਜੋ ਕੁਝ ਹੋ ਰਿਹਾ ਇਹ ਮੇਰੇ ਲਈ ਚੰਗਾ ਸੀ, ਪਰ ਮੈਂ ਹੈਰਾਨ ਸੀ ਕਿ ਇਹ ਸਭ ਕੀ ਚੱਲ ਰਿਹਾ ਹੈ। ਮੈਨੂੰ ਆਪਣਾ ਘਰ ਬਹੁਤ ਯਾਦ ਆਉਂਦਾ ਸੀ। ਰੁੱਖੀ ਸੁੱਕੀ ਮਿਲਦੀ ਸੀ, ਪਰ ਉਹ ਰੋਟੀ ਇੱਜ਼ਤ ਦੀ ਰੋਟੀ ਸੀ। ਮਾਂ ਨੂੰ ਯਾਦ ਕਰਕੇ ਕਈ ਵਾਰ ਮੈਂ ਉੱਚੀ ਉੱਚੀ ਰੋਣ ਲੱਗ ਜਾਂਦੀ। ਜਦੋਂ ਮੈਂ ਵੀ ਰੋਂਦੀ ਸੀ, ਅਲੀ ਮੇਰੇ ਵੱਲ ਮਿਹਰ ਭਰੀਆਂ ਨਜ਼ਰਾਂ ਨਾਲ ਦੇਖਦਾ ਸੀ। ਅਲੀ ਨੂੰ ਦੇਖ ਕੇ ਇੰਜ ਲੱਗਦਾ ਸੀ ਜਿਵੇਂ ਉਹ ਉੱਥੇ ਮਜਬੂਰੀ ਵਿੱਚ ਕੰਮ ਕਰ ਰਿਹਾ ਹੈ, ਪਰ ਉਹ ਮੇਰੇ ਲਈ ਬਹੁਤ ਵਧੀਆ ਇਨਸਾਨ ਸੀ। ਇੱਕ ਦਿਨ ਮੈਂ ਸੋਚਿਆ ਕਿ ਕਿਉਂ ਨਾ ਮਾਲਕੀਨ ਨਾਲ ਗੱਲ ਕਰਾਂ ਕਿ ਮੈਨੂੰ ਇੱਥੋਂ ਜਾਣ ਦਿਓ। ਮੈਂ ਬਾਹਰ ਜਾ ਕੇ ਕੁਝ ਕੰਮ ਕਰਾਂਗੀ ਅਤੇ ਹੌਲੀ ਹੌਲੀ ਉਸ ਨੂੰ ਸਾਰੇ ਪੈਸੇ ਉਤਾਰ ਦੇਵਾਂਗੀ। ਪਰ ਮੇਰੀ ਗੱਲ ਸੁਣ ਕੇ ਮਾਲਕਣ ਉੱਚੀ ਉੱਚੀ ਹੱਸਣ ਲੱਗ ਪਈ। ਮੈਂ ਤੁਹਾਨੂੰ ਬੇਵਕੂਫ ਲੱਗਦੀ ਹਾਂ ਕਿ ਮੈਂ ਤੈਨੂੰ ਇੱਥੋਂ ਜਾਣ ਦੇਵਾਂ? ਤੂੰ ਤਾਂ ਮੇਰੇ ਲਈ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਹੈ। ਮੈਂ ਮੋਟੀ ਰਕਮ ਦੇ ਕੇ ਖਰੀਦਿਆ ਤੈਨੂੰ। ਮੈਂ ਇੰਨੀ ਆਸਾਨੀ ਨਾਲ ਕਿਵੇਂ ਛੱਡ ਦੇਵਾਂ ਤੈਨੂੰ? ਮੈਂ ਰੋਂਦੀ ਰਹੀ ਤੇ ਉਸ ਦੀਆਂ ਮਿੰਨਤਾਂ ਕਰਦੀ ਰਹੀ, ਪਰ ਉਸ ਨੂੰ ਮੇਰੇ ਤੇ ਤਰਸ ਨਹੀਂ ਆਇਆ। ਥੱਕੀ ਹੋਈ ਤੇ ਰੋਂਦੀ ਹੋਈ ਮੈਂ ਕਮਰੇ ਵਿੱਚ ਵਾਪਸ ਆ ਗਈ। ਹਰ ਰਾਤ ਸਾਰੀਆਂ ਕੁੜੀਆਂ ਨੂੰ ਬਾਰੀ-ਬਾਰੀ ਬੁਲਾਇਆ ਜਾਂਦਾ ਸੀ ਅਤੇ ਮੈਂ ਕਮਰੇ ਵਿੱਚ ਇਕੱਲੀ ਰਹਿ ਜਾਂਦੀ ਸੀ। ਮੈਂ ਇੱਥੋਂ ਭੱਜਣ ਦਾ ਕੋਈ ਰਸਤਾ ਲੱਭਣਾ ਚਾਹੁੰਦੀ ਸੀ। ਫਿਰ ਮੈਂ ਅਲੀ ਨੂੰ ਆਪਣੇ ਸਾਹਮਣੇ ਦੇਖਿਆ। ਉਹ ਕਿਸੇ ਆਦਮੀ ਨਾਲ ਗੱਲ ਕਰ ਰਿਹਾ ਸੀ ਅਤੇ ਉਸ ਨੂੰ ਮੇਰੀ ਤਸਵੀਰ ਦਿਖਾ ਰਿਹਾ ਸੀ। ਉਸ ਆਦਮੀ ਨੂੰ ਦੇਖ ਕੇ ਮੇਰੇ ਸਿਰ ਤੇ ਆਸਮਾਨ ਡਿੱਗ ਪਿਆ। ਉਹ ਆਦਮੀ ਮੇਰੇ ਪਿੰਡ ਦਾ ਸੀ, 50 ਸਾਲ ਦਾ ਹੋਵੇਗਾ ਅਤੇ ਜਵਾਨ ਧੀਆਂ ਦੇ ਪਿਤਾ ਸੀ। ਉਹ ਆਪਣੀ ਸ਼ਰਾਫਤ ਕਰਨਾ ਪੂਰੇ ਇਲਾਕੇ ਵਿੱਚ ਮਸ਼ਹੂਰ ਸੀ, ਪਰ ਅੱਜ ਉਸ ਦੀ ਸ਼ਰਾਫਤ ਦਾ ਪਰਦਾਫਾਸ਼ ਹੋ ਗਿਆ। ਮੈਂ ਡਰ ਕੇ ਕਮਰੇ ਵਿੱਚ ਵਾਪਸ ਆ ਗਈ। ਰੱਬ ਨੂੰ ਯਾਦ ਕਰ ਰਹੀ ਸੀ, ਹੇ ਵਾਹਿਗੁਰੂ, ਅੱਜ ਫਿਰ ਮੇਰੀ ਇੱਜ਼ਤ ਬਚਾ ਲੈ। ਅੱਧਾ ਘੰਟਾ ਐਵੇਂ ਹੀ ਲੰਘ ਗਿਆ, ਪਰ ਉਹ ਬੰਦਾ ਅੰਦਰ ਨਾ ਆਇਆ। ਕੁਝ ਦੇਰ ਬਾਅਦ ਮੈਂ ਜਾ ਕੇ ਦੇਖਿਆ ਕਿ ਅਲੀ ਬਾਹਰ ਬਰਾਂਡੇ ਵਿੱਚ ਕੁਰਸੀ ਤੇ ਬੈਠਾ ਸੀ। ਮੈਂ ਅਲੀ ਕੋਲ ਗਈ ਤੇ ਅਲੀ ਨੂੰ ਪੁੱਛਿਆ,
ਉਹ ਆਦਮੀ ਕੌਣ ਸੀ? ਮੇਰੇ ਵੱਲ ਦੇਖ ਕੇ ਉਹ ਬੋਲਿਆ, ਤੁਸੀਂ ਇਹ ਜਾਣ ਕੇ ਕੀ ਕਰੋਗੇ ਕਿ ਇੱਥੇ ਰੋਜ਼ਾਨਾ ਗਾਹਕ ਆਉਂਦੇ ਜਾਂਦੇ ਹਨ। ਉਹ ਵੀ ਗਾਹਕ ਸੀ। ਤੇਰੀ ਤਸਵੀਰ ਦੇਖ ਕੇ ਕਹਿਣ ਲੱਗਾ, ਮੈਂ ਇਸ ਕੁੜੀ ਨੂੰ ਜਾਣਦਾ ਹਾਂ। ਇਹ ਕੁੜੀ ਇੱਥੇ ਕੋਠੇ ਤੱਕ ਕਿਵੇਂ ਪਹੁੰਚੀ? ਮੈਂ ਉਸ ਨੂੰ ਦੱਸਿਆ ਕਿ ਉਸਦੇ ਪਿਤਾ ਨੇ ਉਸ ਨੂੰ ਵੇਚ ਦਿੱਤਾ ਸੀ। ਇਸ ਮੌਕੇ ਤੇ ਤੁਸੀਂ ਆਖਰੀ ਲੜਕੀ ਸੀ, ਪਰ ਉਸਨੇ ਤੁਹਾਡੇ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਚਲਾ ਗਿਆ। ਮੈਂ ਸੁੱਖ ਦਾ ਸਾਹ ਲਿਆ ਅਤੇ ਅਲੀ ਨੂੰ ਪੁੱਛਿਆ ਕਿ ਉਸਨੇ ਮੇਰੇ ਨਾਲ ਰਾਤ ਕਿਉਂ ਨਹੀਂ ਬਿਤਾਈ, ਤਾਂ ਅਲੀ ਨੇ ਮੇਰੇ ਵੱਲ ਧਿਆਨ ਨਾਲ ਦੇਖਿਆ, ਫਿਰ ਦੇਖਿਆ ਤੇ ਕਹਿਣ ਲੱਗਾ, ਮੈਨੂੰ ਨਹੀਂ ਪਤਾ, ਬਸ ਕੁਝ ਦਿਨ ਉਡੀਕ ਕਰੋ। ਮੁੜ ਉੱਥੋਂ ਚਲਾ ਗਿਆ। ਮੈਂ ਹੁਣੇ ਕਮਰੇ ਵਿੱਚ ਆ ਗਈ, ਪਰ ਅਲੀ ਦੇ ਇਹ ਬੋਲ ਕੁਝ ਦਿਨ ਉਡੀਕ ਕਰ ਲਓ। ਮੈਂ ਸਾਰੀ ਰਾਤ ਇਸ ਬਾਰੇ ਸੋਚਦੀ ਰਹੀ। ਆਖਰ ਉਹ ਕਿਸ ਗੱਲ ਦੀ ਉਡੀਕ ਕਰਨ ਲਈ ਕਹਿ ਰਿਹਾ ਸੀ। ਸਾਰੀ ਰਾਤ ਇਸ ਉਲਝਣ ਵਿੱਚ ਲੰਘੀ, ਪਰ ਸਮਝ ਨਾ ਸਕੀ। ਦਿਨ ਐਵੇਂ ਹੀ ਬੀਤਦੇ ਜਾ ਰਹੇ ਸਨ ਤੇ ਹੁਣ ਤੱਕ ਮੇਰੀ ਇੱਜ਼ਤ ਸੁਰੱਖਿਅਤ ਸੀ। ਮਾਲਕਣ ਨੇ ਵੀ ਮੇਰੇ ਬਾਰੇ ਪੁੱਛਣਾ ਜ਼ਰੂਰੀ ਨਹੀਂ ਸਮਝਿਆ। ਠੀਕ ਉਸੇ ਤਰ੍ਹਾਂ ਇੱਕ ਰਾਤ ਜਦੋਂ ਸਾਰੀਆਂ ਕੁੜੀਆਂ ਚਲੀਆਂ ਗਈਆਂ, ਮੈਂ ਕੋਠੇ ਤੋਂ ਭੱਜਣ ਲਈ ਕਮਰੇ ਤੋਂ ਬਾਹਰ ਆ ਗਈ, ਪਰ ਅਲੀ ਸ਼ਾਇਦ ਕਮਰੇ ਦੇ ਬਾਹਰ ਪਹਿਰਾ ਦਿੰਦਾ ਸੀ। ਉਹ ਫਿਰ ਮੇਰੇ ਸਾਹਮਣੇ ਆ ਗਿਆ। ਇਸ ਵਾਰ ਵੀ ਉਹ ਕਿਸੇ ਵਿਅਕਤੀ ਨਾਲ ਖੜਾ ਸੀ ਤੇ ਉਹ ਆਪਣੇ ਮੋਬਾਈਲ ਤੇ ਕਿਸੇ ਦੀ ਫੋਟੋ ਦਿਖਾ ਰਿਹਾ ਸੀ। ਇਸ ਵਾਰ ਮੈਂ ਉਸ ਦੇ ਮੋਬਾਈਲ ਤੇ ਨਹੀਂ ਦੇਖ ਸਕੀ ਕਿ ਇਹ ਫੋਟੋ ਕਿਸ ਦੀ ਸੀ, ਪਰ ਉਸ ਫੋਟੋ ਨੂੰ ਦੇਖਦੇ ਹੀ ਉਸ ਆਦਮੀ ਦੇ ਚਿਹਰੇ ਦਾ ਹਾਵ ਭਾਵ ਬਦਲ ਗਏ ਸਨ। ਮੋਬਾਈਲ ਤੇ ਫੋਟੋ ਦੇਖ ਕੇ ਆਦਮੀ ਬੋਲਿਆ, ਮੈਨੂੰ ਮਰਨ ਦਾ ਕੋਈ ਸ਼ੌਂਕ ਨਹੀਂ ਹੈ। ਜੇ ਤੁਹਾਡੇ ਕੋਠੇ ਤੇ ਕੋਈ ਹੋਰ ਕੁੜੀ ਨਹੀਂ ਹੈ ਤਾਂ ਮੈਂ ਕੱਲ੍ਹ ਆਵਾਂਗਾ। ਇਹ ਕਹਿ ਕੇ ਉਹ ਚਲਾ ਗਿਆ ਅਤੇ ਮੈਂ ਉਲਝਣ ਵਿੱਚ ਉੱਥੇ ਹੀ ਖੜੀ ਰਹੀ। ਮੈਂ ਅਲੀ ਨੂੰ ਪੁੱਛਣ ਵੀ ਚਾਹਿਆ ਤਾਂ ਮਾਲਕਣ ਉੱਥੇ ਆ ਕੇ ਅਲੀ ਨੂੰ ਪੁੱਛਣ ਲੱਗੀ, ਹਾਂ ਅਲੀ, ਕਸਟਮਰ ਨੂੰ ਕੁੜੀ ਪਸੰਦ ਆਈ ਜਾਂ ਨਹੀਂ? ਅਲੀ ਨੇ ਕਿਹਾ, ਨਹੀਂ ਮੈਡਮ ਜੀ, ਉਸਦੇ ਕੋਲ ਪੈਸੇ ਘੱਟ ਹਨ ਅਤੇ ਉਹ ਥੋੜੇ ਪੈਸਿਆਂ ਤੇ ਕੁੜੀ ਕੋਲ ਰਹਿਣ ਦੀ ਜਿੱਦ ਕਰ ਰਿਹਾ ਸੀ। ਮੈਂ ਸਹਿਮਤ ਨਹੀਂ ਸੀ ਤਾਂ ਉਹ ਚਲਾ ਗਿਆ। ਮਾਲਕਣ ਕਹਿਣ ਲੱਗੀ, ਤੁਸੀਂ ਇਹ ਸਹੀ ਕੀਤਾ। ਹੁਣ ਤੱਕ ਕਿਸੇ ਮਰਦ ਨੇ ਉਸ ਕੁੜੀ ਨੂੰ ਹੱਥ ਨਹੀਂ ਲਾਇਆ। ਜੇ ਮੈਂ ਉਸ ਨੂੰ ਕਿਸੇ ਅਮੀਰ ਆਦਮੀ ਨੂੰ ਪੇਸ਼ ਕਰਾਂ ਤਾਂ ਉਹ ਮੈਨੂੰ ਬਹੁਤ ਸਾਰਾ ਪੈਸਾ ਦੇਵੇਗਾ। ਮਾਲਕਣ ਦੀ ਗੱਲ ਸੁਣ ਕੇ ਮੈਂ ਉਸ ਦੇ ਝਪਟ ਮਾਰ ਕੇ ਉਸ ਦਾ ਗਲਾ ਘੁੱਟਣਾ ਚਾਹੁੰਦੀ ਸੀ, ਪਰ ਮੈਂ ਅਜਿਹਾ ਨਹੀਂ ਕਰ ਸਕੀ। ਮੈਂ ਕਮਰੇ ਵਿੱਚ ਵਾਪਸ ਆ ਗਈ, ਪਰ ਅਲੀ ਨਾਲ ਗੱਲ ਕਰਨ ਲਈ ਬੇਚੈਨ ਸੀ। ਉਸਨੇ ਉਸ ਆਦਮੀ ਨੂੰ ਕੀ ਕਿਹਾ? ਉਹ ਮੇਰੇ ਬਾਰੇ ਹੀ ਗੱਲ ਕਰ ਰਿਹਾ ਸੀ, ਕਿਉਂਕਿ ਮੈਂ ਉਸ ਸਮੇਂ ਇਕੱਲੀ ਕੁੜੀ ਸੀ। ਫਿਰ ਉਸ ਆਦਮੀ ਨੇ ਮੇਰੇ ਕੋਲ ਰਹਿਣ ਤੋਂ ਇਨਕਾਰ ਕਿਉਂ ਕੀਤਾ ਅਤੇ ਉਸਨੇ ਅਜਿਹਾ ਕਿਉਂ ਕਿਹਾ ਕਿ ਮੈਨੂੰ ਮਰਨ ਵਿੱਚ ਕੋਈ ਸ਼ੌਂਕ ਨਹੀਂ ਹੈ? ਪਰ ਪਤਾ ਨਹੀਂ ਕਿ ਮਾਲਕਣ ਅਤੇ ਅਲੀ ਕੀ ਕਰ ਰਹੇ ਸਨ। ਮਾਲਕਣ ਉਸਦੇ ਕੋਲ ਹੀ ਬੈਠੀ ਸੀ। ਮੈਂ ਮੁੜ ਬਾਹਰ ਜਾਂਦੀ, ਪਰ ਮਾਲਕਣ ਅਲੀ ਦੇ ਨਾਲ ਦਿਖਾਈ ਦਿੰਦਾ ਤਾਂ ਮੈਂ ਕਮਰੇ ਵਿੱਚ ਵਾਪਸ ਆ ਜਾਂਦੀ ਸੀ। ਸਾਰੀ ਰਾਤ ਇਸੇ ਤਰ੍ਹਾਂ ਲੰਘ ਗਈ ਤੇ ਮੈਂ ਅਲੀ ਨਾਲ ਗੱਲ ਨਾ ਕਰ ਸਕੀ। ਇੱਕ ਦਿਨ ਮੌਕਾ ਦੇਖ ਕੇ ਮੈਂ ਅਲੀ ਕੋਲ ਚਲੀ ਗਈ। ਅਲੀ ਮੈਨੂੰ ਦੇਖ ਕੇ ਗੁੱਸੇ ਹੋ ਗਿਆ। ਉਹ ਮੇਰੀ ਬਾਂਹ ਫੜ ਕੇ ਝੱਟ ਮੈਨੂੰ ਮੇਰੇ ਵਾਲੇ ਕਮਰੇ ਵਿੱਚ ਲੈ ਆਇਆ ਅਤੇ ਗੁੱਸੇ ਵਿੱਚ ਬੋਲਿਆ, ਕੀ ਤੂੰ ਪਾਗਲ ਹੋ ਗਈ ਹੈ? ਤੂੰ ਬਾਹਰ ਕਿਉਂ ਆਈ? ਜੇ ਮਾਲਕਣ ਤੈਨੂੰ ਵੇਖ ਲੈਂਦੀ ਤਾਂ ਤੇਰੀ ਖੈਰ ਨਹੀਂ ਸੀ। ਮੈਂ ਉਸ ਨੂੰ ਕਿਹਾ, ਅਲੀ, ਮੈਂ ਤੁਹਾਡੇ ਨਾਲ ਕੁਝ ਗੱਲ ਕਰਨੀ ਚਾਹੁੰਦੀ ਹਾਂ, ਪਰ ਉਸ ਨੇ ਮੇਰੀ ਗੱਲ ਨਹੀਂ ਸੁਣੀ ਅਤੇ ਮੈਨੂੰ ਕਮਰੇ ਦੇ ਅੰਦਰ ਭੇਜ ਦਿੱਤਾ। ਮੈਨੂੰ ਬਹੁਤ ਗੁੱਸਾ ਆਇਆ, ਪਰ ਮੈਂ ਆਪਣਾ ਗੁੱਸਾ ਅੰਦਰ ਹੀ ਪੀ ਲਿਆ। ਮੈਂ ਸੋਚਿਆ ਕਿ ਮੇਰੀ ਇੱਜ਼ਤ ਬਚ ਰਹੇਗੀ ਅਤੇ ਮੈਂ ਕਿਸੇ ਨੂੰ ਪਸੰਦ ਨਹੀਂ ਆਵਾਂਗੀ, ਪਰ ਇਹ ਮੇਰੀ ਗਲਤਫਹਿਮੀ ਸਾਬਤ ਹੋਈ। ਜਦੋਂ ਇੱਕ ਰਾਤ ਮੈਂ ਕਮਰੇ ਵਿੱਚ ਇਕੱਲੀ ਸੀ, ਮੈਂ ਦਰਵਾਜ਼ੇ ਤੇ ਕਿਸੇ ਦੀ ਆਵਾਜ਼ ਸੁਣੀ। ਮੈਂ ਕੰਨ ਲਾ ਕੇ ਸੁਣਨ ਦੀ ਕੋਸ਼ਿਸ਼ ਕੀਤੀ। ਬਾਹਰ ਇੱਕ ਮੁੰਡਾ ਕਹਿ ਰਿਹਾ ਸੀ, ਹਾਂ, ਮੈਨੂੰ ਇਹ ਕੁੜੀ ਪਸੰਦ ਹੈ, ਮੈਨੂੰ ਇਹ ਕੁੜੀ ਪਸੰਦ ਹੈ, ਮੈਂ ਇਸ ਨਾਲ ਰਾਤ ਬਿਤਾਉਣਾ ਚਾਹੁੰਦਾ ਹਾਂ। ਇਹ ਸੁਣ ਕੇ ਮੇਰੀ ਜਾਨ ਨਿਕਲ ਗਈ ਅਤੇ ਮੈਂ ਸਮਝ ਗਈ ਕਿ ਅੱਜ ਰਾਤ ਮੇਰੀ ਇੱਜ਼ਤ ਨਹੀਂ ਬਚੇਗੀ। ਮੈਂ ਆਪਣੇ ਆਪ ਨੂੰ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਹਾਂਗੀ। ਮੈਂ ਰੋਣ ਲੱਗ ਪਈ। ਅਲੀ ਨੂੰ ਮੇਰੇ ਤੇ ਤਰਸ ਨਹੀਂ ਆਇਆ। ਫਿਰ ਉਹ ਮੈਨੂੰ ਲੈ ਕੇ ਇੱਕ ਕਮਰੇ ਵਿੱਚ ਚਲਾ ਗਿਆ ਤੇ ਕਹਿਣ ਲੱਗਾ, ਚਿੰਤਾ ਨਾ ਕਰ, ਆਉਣ ਵਾਲੇ ਮੁੰਡੇ ਨਾਲ ਗੱਲ ਕਰ। ਮੈਂ ਗੁੱਸੇ ਵਿੱਚ ਕਿਹਾ, ਮੈਨੂੰ ਕਿਸੇ ਨਾਲ ਗੱਲ ਕਰਨ ਦੀ ਕੋਈ ਲੋੜ ਨਹੀਂ, ਪਰ ਉਸਨੇ ਮੇਰੀ ਇੱਕ ਨਾ ਸੁਣੀ ਅਤੇ ਮੈਨੂੰ ਛੱਡ ਕੇ ਚਲਾ ਗਿਆ। ਮੈਂ ਧੜਕਦੇ ਦਿਲ ਅਤੇ ਕੰਬਦੀਆਂ ਲੱਤਾਂ ਨਾਲ ਕਮਰੇ ਵਿੱਚ ਚਲੀ ਗਈ। ਕਮਰੇ ਵਿੱਚ ਜੋ ਵੀ ਸੀ ਉਹ ਮੇਰੇ ਦਰਵਾਜ਼ੇ ਵੱਲ ਪਿੱਠ ਕਰਕੇ ਖੜਾ ਸੀ। ਮੈਂ ਜਾ ਕੇ ਉਸ ਦੇ ਪਿੱਛੇ ਖੜੀ ਹੋ ਗਈ। ਜਦੋਂ ਉਸਨੇ ਪਿੱਛੇ ਮੁੜ ਕੇ ਦੇਖਿਆ ਤਾਂ ਮੇਰੀ ਜਾਨ ਨਿਕਲ ਗਈ। ਉਹ ਰਾਜਨ ਸੀ, ਮੇਰੇ ਪਿੰਡ ਗੁਆਂਢ ਵਿੱਚ ਰਹਿੰਦਾ ਸੀ। ਜਦੋਂ ਮੇਰੀ ਮਾਂ ਜਿਉਂਦੀ ਸੀ, ਸਾਡੇ ਘਰ ਦੇ ਨਾਲ ਵਾਲਾ ਘਰ ਉਸਦਾ ਸੀ, ਇਸ ਲਈ ਉਸਨੇ ਆਪਣਾ ਰਿਸ਼ਤਾ ਮੇਰੇ ਕੋਲ ਭੇਜ ਦਿੱਤਾ ਸੀ।
ਪਰ ਉਸ ਸਮੇਂ ਮੈਂ ਆਪਣੀ ਖੂਬਸੂਰਤੀ ਦੇ ਨਸ਼ੇ 'ਚ ਸੀ ਅਤੇ ਮੈਂ ਰਾਜਨ ਦੇ ਰਿਸ਼ਤੇ ਤੋਂ ਇਨਕਾਰ ਕਰ ਦਿੱਤੀ ਕਿਉਂਕਿ ਇੱਕ ਹਾਦਸੇ 'ਚ ਰਾਜਨ ਦੀ ਲੱਤ ਖਰਾਬ ਹੋ ਗਈ ਸੀ। ਉਹ ਲੰਗੜਾ ਕੇ ਚੱਲਦਾ ਸੀ। ਮੈਂ ਇਹ ਕਹਿ ਕੇ ਠੁਕਰਾ ਦਿੱਤਾ ਕਿ ਭਾਵੇਂ ਅਸੀਂ ਗਰੀਬ ਹਾਂ ਪਰ ਮੈਂ ਲੰਗੜੇ ਬੰਦੇ ਨਾਲ ਵਿਆਹ ਨਹੀਂ ਕਰਾਂਗੀ। ਉਸ ਸਮੇਂ ਮੇਰੀ ਮਾਂ ਨੇ ਮੈਨੂੰ ਬਹੁਤ ਸਮਝਾਇਆ ਕਿ ਤੇਰੇ ਬਾਪ ਨੂੰ ਦੇਖ, ਇਹ ਰਿਸ਼ਤਾ ਬਹੁਤ ਵਧੀਆ ਹੈ ਤੇ ਤੂੰ ਬਹੁਤ ਖੁਸ਼ ਰਹੇਂਗੀ। ਰਾਜਨ ਤੈਨੂੰ ਬਹੁਤ ਪਿਆਰ ਕਰਦਾ ਹੈ। ਅਤੇ ਸ਼ਾਇਦ ਇਹ ਸੱਚ ਸੀ, ਰਾਜਨ ਮੈਨੂੰ ਬਹੁਤ ਪਿਆਰ ਕਰਦਾ ਸੀ। ਜਦੋਂ ਮੈਂ ਉਸ ਦਾ ਰਿਸ਼ਤਾ ਠੁਕਰਾ ਦਿੱਤਾ ਤਾਂ ਉਹ ਮੇਰੇ ਕੋਲ ਆਇਆ ਅਤੇ ਅੱਖਾਂ ਵਿੱਚ ਹੰਝੂ ਲੈ ਕੇ ਇਹ ਗੱਲ ਕਹੀ, ਕੋਮਲ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ, ਮੈਂ ਤੈਨੂੰ ਸਾਰੀ ਉਮਰ ਖੁਸ਼ ਰੱਖਾਂਗਾ, ਤੁਹਾਨੂੰ ਕਦੇ ਵੀ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਦੇਵਾਂਗਾ। ਪਰ ਮੈਂ ਉਸ ਦੀ ਗੱਲ ਨਹੀਂ ਸੁਣੀ। ਅੱਜ ਰਾਜਨ ਨੂੰ ਮੇਰੇ ਸਾਹਮਣੇ ਖੜਾ ਦੇਖ ਕੇ ਮੇਰੇ ਗੁੱਸੇ ਦੀ ਕੋਈ ਹੱਦ ਨਾ ਰਹੀ। ਮੈਂ ਗੁੱਸੇ ਵਿੱਚ ਕਿਹਾ, ਰਾਜਨ ਤੂੰ ਤਾਂ ਬਹੁਤ ਸ਼ਰੀਫ ਬਣਦਾ ਸੀ ਤੇ ਮੇਰੇ ਨਾਲ ਬਹੁਤ ਪਿਆਰ ਕਰਦਾ ਸੀ ਤੇ ਅੱਜ ਉਹ ਆਪਣੀ ਹਵਸ ਮਿਟਾਉਣ ਲਈ ਇੱਥੋਂ ਤੱਕ ਪਹੁੰਚ ਗਿਆ। ਮੈਂ ਗੁੱਸੇ ਨਾਲ ਰਾਜਨ ਨੂੰ ਧੱਕਾ ਦਿੱਤਾ। ਰਾਜਨ ਨੇ ਮੈਨੂੰ ਮੋਢਿਆਂ ਤੋਂ ਫੜ ਕੇ ਕਿਹਾ, ਤੂੰ ਹੋਸ਼ ਵਿੱਚ ਆ? ਮੈਂ ਆਪਣੀ ਵਾਸਨਾ ਮਿਟਾਉਣ ਨਹੀਂ ਆਇਆ, ਸਗੋਂ ਤੇਰੀ ਇੱਜ਼ਤ ਬਚਾਉਣ ਆਇਆ ਹਾਂ। ਰਾਜਨ ਦੀ ਇਹ ਗੱਲ ਸੁਣ ਕੇ ਮੈਂ ਉੱਥੇ ਹੀ ਖੜੀ ਰਹੀ। ਫਿਰ ਰਾਜਨ ਨੇ ਕਿਹਾ ਕਿ ਕੋਮਲ ਤੈਨੂੰ ਪਤਾ ਹੈ ਕਿ ਜਦੋਂ ਤੂੰ ਰਿਸ਼ਤੇ ਲਈ ਇਨਕਾਰ ਕਰ ਦਿੱਤਾ ਸੀ ਤਾਂ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਸੀ। ਇਸੇ ਕਰਕੇ ਮੈਂ ਤੇਰੇ ਪਿਆਰ ਨੂੰ ਆਪਣੇ ਦਿਲ ਵਿੱਚੋਂ ਨਹੀਂ ਕੱਢ ਸਕਿਆ। ਜਿਸ ਦਿਨ ਉਹ ਮੁੰਡੇ ਤੈਨੂੰ ਚੁੱਕ ਲੈ ਗਏ ਮੈਂ ਸਭ ਕੁਝ ਦੇਖ ਰਿਹਾ ਸੀ। ਮੈਂ ਉਹਨਾਂ ਮੁੰਡਿਆਂ ਦਾ ਪਿੱਛਾ ਕੀਤਾ ਪਰ ਉਦੋਂ ਤੱਕ ਉਹ ਤੈਨੂੰ ਕੋਠੇ ਤੇ ਵੇਚ ਚੁੱਕੇ ਸਨ। ਮੈਂ ਕੋਠੇ ਦੀ ਮਾਲਕਣ ਨਾਲ ਵੀ ਗੱਲ ਕੀਤੀ ਪਰ ਉਹ ਬਹੁਤ ਜ਼ਿਆਦਾ ਪੈਸੇ ਮੰਗ ਰਹੀ ਸੀ। ਤੈਨੂੰ ਮੇਰੇ ਨਾਲ ਭੇਜਣ ਲਈ ਮੇਰੇ ਕੋਲ ਇੰਨੇ ਪੈਸੇ ਨਹੀਂ ਸਨ ਜਿੰਨੇ ਉਹ ਮੰਗ ਰਹੀ ਸੀ। ਫਿਰ ਮੇਰੀ ਨਜ਼ਰ ਅਲੀ ਤੇ ਪਈ ਅਤੇ ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਿਆ। ਮੈਂ ਤੇ ਅਲੀ ਇੱਕ ਜਮਾਤ ਵਿੱਚ ਪੜ੍ਹਦੇ ਸੀ। ਗਰੀਬੀ ਨੇ ਅਲੀ ਨੂੰ ਇਹ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਅਤੇ ਉਹ ਇੱਥੇ ਕੰਮ ਕਰਨ ਲੱਗਾ। ਜਦੋਂ ਮੈਂ ਅਲੀ ਨਾਲ ਗੱਲ ਕੀਤੀ ਤਾਂ ਅਲੀ ਨੇ ਮੈਨੂੰ ਭਰੋਸਾ ਦਿਵਾਇਆ ਕਿ ਉਹ ਤੇਰੇ ਪਿਆਰ ਦੀ ਇੱਜ਼ਤ ਨੂੰ ਤਬਾਹ ਨਹੀਂ ਹੋਣ ਦੇਵੇਗਾ। ਜਦੋਂ ਵੀ ਕੋਈ ਗਾਹਕ ਆਉਂਦਾ ਤਾਂ ਉਹ ਕਹਿੰਦਾ ਕਿ ਇਸ ਕੁੜੀ ਨੂੰ ਏਡਜ਼ ਹੈ, ਇਹ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਬਿਤਾ ਰਹੀ ਹੈ ਅਤੇ ਇਸ ਲਈ ਕਿਸੇ ਵੀ ਗਾਹਕ ਨੇ ਤੈਨੂੰ ਪਸੰਦ ਨਹੀਂ ਕੀਤਾ। ਹੌਲੀ ਹੌਲੀ ਦਿਨ ਇਸ ਤਰ੍ਹਾਂ ਬੀਤ ਰਹੇ ਸਨ ਅਤੇ ਉਦੋਂ ਤੱਕ ਮੈਂ ਤੁਹਾਨੂੰ ਬਾਹਰ ਕੱਢਣ ਦਾ ਕੋਈ ਤਰੀਕਾ ਸੋਚਣ ਲੱਗਾ। ਮੈਂ ਪੈਸਿਆਂ ਦਾ ਇੰਤਜ਼ਾਮ ਕਰਨਾ ਚਾਹੁੰਦਾ ਸੀ ਪਰ ਨਹੀਂ ਕਰ ਸਕਿਆ। ਫਿਰ ਅਲੀ ਨੇ ਮੈਨੂੰ ਕਿਹਾ ਕਿ ਕੋਮਲ ਨੂੰ ਤੂੰ ਰਾਤ ਦੇ ਹਨੇਰੇ ਵਿੱਚ ਇੱਥੋਂ ਲੈ ਜਾ, ਮੈਂ ਤੇਰੇ ਭੱਜਣ ਦਾ ਪੂਰਾ ਇੰਤਜ਼ਾਮ ਕਰ ਲਿਆ ਅਤੇ ਅੱਜ ਮੈਂ ਤੈਨੂੰ ਇੱਥੋਂ ਕੱਢ ਕੇ ਲੈ ਜਾਵਾਂਗਾ। ਅਲੀ ਨੇ ਕੋਠੇ ਦੀ ਮਾਲਕਣ ਨੂੰ ਚਾਹ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਦੇ ਦਿੱਤੀਆਂ। ਉਹ ਤਾਂ ਨਹੀਂ ਉੱਠੇਗੀ, ਹੁਣ ਸਾਰੀ ਮੁਸੀਬਤ ਗੇਟ ਅੱਗੇ ਪਹਿਰਾ ਦੇਣ ਵਾਲੇ ਦੀ ਹੈ। ਮੈਂ ਰਾਜਨ ਦੀਆਂ ਗੱਲਾਂ ਸੁਣ ਕੇ ਦਿਲ ਵਿੱਚ ਸ਼ਰਮ ਮਹਿਸੂਸ ਕਰ ਰਹੀ ਸੀ, ਜਿਸ ਨੂੰ ਮੈਂ ਇੱਕ ਛੋਟੀ ਜਿਹੀ ਨੁਕਸ ਕਰਕੇ ਨਕਾਰ ਦਿੱਤਾ ਸੀ। ਅੱਜ ਉਹ ਮੇਰੇ ਖਾਤਰ ਇੰਨਾ ਵੱਡਾ ਕਦਮ ਚੁੱਕਣ ਆਇਆ ਸੀ, ਇੱਥੋਂ ਤੱਕ ਕਿ ਆਪਣੀ ਜਾਨ ਵੀ ਖਤਰੇ ਵਿੱਚ ਪਾ ਦਿੱਤੀ। ਰੋਂਦੇ ਹੋਏ ਮੈਂ ਰਾਜਨ ਨੂੰ ਗਲੇ ਲਗਾਇਆ ਅਤੇ ਕਿਹਾ, ਰਾਜਨ ਮੈਨੂੰ ਮਾਫ਼ ਕਰ ਦੇ, ਮੈਂ ਤੁਹਾਡੇ ਪਿਆਰ ਨੂੰ ਨਹੀਂ ਪਛਾਣ ਸਕੀ। ਤੁਸੀਂ ਬਹੁਤ ਚੰਗੇ ਹੋ ਪਰ ਮੈਂ ਬਹੁਤ ਮਾੜੀ ਹਾਂ, ਮੈਂ ਤੇਰੇ ਪਿਆਰ ਤੇ ਕਾਬਲ ਵੀ ਨਹੀਂ ਹਾਂ, ਮੈਨੂੰ ਮਾਫ਼ ਕਰੀ ਰਾਜਨ, ਮੈਂ ਬਹੁਤ ਬੁਰੀ ਹਾਂ। ਰਾਜਨ ਨੇ ਮੇਰੇ ਹੰਝੂ ਪੂੰਝੇ ਅਤੇ ਮੇਰੇ ਮੱਥੇ ਨੂੰ ਚੁੰਮਿਆ ਅਤੇ ਕਿਹਾ, ਕੋਮਲ ਮੈਂ ਤੁਹਾਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਕੀਤਾ ਹੈ। ਤੇਰੇ ਇਨਕਾਰ ਕਰਨ ਤੋਂ ਬਾਅਦ ਵੀ ਮੈਂ ਤੇਰੇ ਪਿਆਰ ਨੂੰ ਆਪਣੇ ਦਿਲ ਵਿੱਚੋਂ ਨਹੀਂ ਕੱਢ ਸਕਿਆ। ਅੱਜ ਵੀ ਮੈਂ ਤੈਨੂੰ ਉਹੀ ਪਿਆਰ ਕਰਦਾ ਹਾਂ। ਬਿਲਕੁਲ ਵੀ ਚਿੰਤਾ ਨਾ ਕਰੋ, ਅਸੀਂ ਇੱਥੋਂ ਸੁਰੱਖਿਅਤ ਨਿਕਲ ਜਾਵਾਂਗੇ ਅਤੇ ਫਿਰ ਦੇਖੋ ਕਿ ਸਾਡੇ ਜੀਵਨ ਵਿੱਚ ਕੋਈ ਦੁੱਖ ਕੋਈ ਸਮੱਸਿਆ ਨਹੀਂ ਰਹੇਗੀ। ਅਜੇ ਅਸੀਂ ਇਸ ਬਾਰੇ ਗੱਲ ਕਰ ਰਹੇ ਸੀ ਕਿ ਬਾਹਰ ਅਲੀ ਆ ਗਿਆ। ਉਸ ਨੇ ਕਿਹਾ ਕਿ ਮਾਲਕਣ ਸੌਂ ਰਹੀ ਹੈ, ਹੁਣ ਇੱਕ ਗਾਰਡ ਬਾਥਰੂਮ ਵਿੱਚ ਹੈ ਅਤੇ ਇੱਕ ਨੂੰ ਮੈਂ ਗੱਲਾਂ ਵਿੱਚ ਲਾ ਲੈਣਾ ਹਾਂ, ਤੁਸੀਂ ਜਲਦੀ ਚਲੇ ਜਾਓ। ਮੈਂ ਅਲੀ ਦਾ ਧੰਨਵਾਦ ਕੀਤਾ ਤੇ ਮੈਂ ਕਿਹਾ, ਅਲੀ ਮੈਂ ਸਾਰੀ ਉਮਰ ਤੇਰਾ ਅਹਿਸਾਨ ਨਹੀਂ ਚੁਕਾ ਸਕਦੀ। ਅਲੀ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ, ਮੈਂ ਜੋ ਵੀ ਕਰਦਾ ਹਾਂ ਮਜਬੂਰੀ ਬਸ ਕਰਦਾ ਹਾਂ। ਮੈਂ ਤੁਹਾਨੂੰ ਆਪਣੀ ਛੋਟੀ ਭੈਣ ਸਮਝਿਆ ਹੈ ਅਤੇ ਭੈਣਾਂ ਭਰਾਵਾਂ ਦੇ ਉਪਕਾਰ ਦਾ ਮੁੱਲ ਨਹੀਂ ਮੋੜਦੀਆਂ, ਸਗੋਂ ਉਹਨਾਂ ਤੇ ਆਪਣਾ ਹੱਕ ਦਿਖਾਉਂਦੀਆਂ ਹਨ। ਮੈਂ ਅਲੀ ਦੀਆਂ ਗੱਲਾਂ ਸੁਣ ਕੇ ਹੱਸ ਪਈ। ਅਲੀ ਨੇ ਕਿਹਾ, ਹੁਣ ਜਲਦੀ ਕਰੋ, ਸਾਡੇ ਕੋਲ ਬਹੁਤਾ ਸਮਾਂ ਨਹੀਂ ਹੈ। ਰਾਜਨ ਮੇਰਾ ਹੱਥ ਫੜ ਕੇ ਤੇਜ਼ੀ ਨਾਲ ਗੇਟ ਵੱਲ ਵਧਿਆ। ਅਲੀ ਨੇ ਚੌਕੀਦਾਰ ਨੂੰ ਆਪਣੀਆਂ ਗੱਲਾਂ ਵਿੱਚ ਲਾ ਲਿਆ
ਅਤੇ ਅਸੀਂ ਕਾਹਲੀ ਨਾਲ ਗੇਟ ਪਾਰ ਕਰ ਗਏ। ਕੋਠੇ ਤੋਂ ਬਾਹਰ ਆਉਂਦਿਆਂ ਹੀ ਮੈਨੂੰ ਲੱਗਾ ਜਿਵੇਂ ਮੈਨੂੰ ਨਵੀਂ ਜ਼ਿੰਦਗੀ ਮਿਲ ਗਈ ਹੋਵੇ। ਖੁਸ਼ੀ ਦੇ ਕਾਰਨ ਮੇਰੇ ਪੈਰ ਜ਼ਮੀਨ ਤੇ ਨਹੀਂ ਪੜ ਰਹੇ ਸਨ। ਰਾਜਨ ਮੇਰਾ ਹੱਥ ਫੜ ਕੇ ਦੂਰ ਜਾ ਰਿਹਾ ਸੀ ਤੇ ਰਾਜਨ ਵੱਲ ਦੇਖਦਿਆਂ ਮੈਨੂੰ ਲੱਗਾ ਜਿਵੇਂ ਜੇ ਉਹ ਮੇਰੀ ਜ਼ਿੰਦਗੀ ਵਿੱਚ ਹੈ ਤਾਂ ਮੈਨੂੰ ਕੋਈ ਦੁੱਖ, ਕੋਈ ਡਰ, ਕੋਈ ਸਮੱਸਿਆ ਨਹੀਂ। ਰਾਜਨ ਨਾਲ ਰਹਿ ਕੇ ਮੈਂ ਸੁਰੱਖਿਅਤ ਸੀ। ਅਜੀ ਸੁਰੱਖਿਆ ਨੂੰ ਤੋੜ ਕੇ ਸਮਾਜ ਦੇ ਗੰਦੇ ਬਘਿਆੜ ਅੰਦਰ ਨਹੀਂ ਜਾ ਸਕਦੇ ਸਨ। ਰਾਜਨ ਮੈਨੂੰ ਆਪਣੇ ਦੋਸਤ ਦੇ ਫਲੈਟ ਤੇ ਲੈ ਗਿਆ। ਜਦੋਂ ਮੈਂ ਰਾਜਨ ਨੂੰ ਆਪਣੇ ਪਿਤਾ ਬਾਰੇ ਪੁੱਛਿਆ ਤਾਂ ਰਾਜਨ ਨੇ ਅਜੀ ਖਬਰ ਸੁਣਾਈ ਕਿ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਉਦਾਸ ਹੋਵਾਂ ਜਾਂ ਖੁਸ਼। ਰਾਜਨ ਨੇ ਦੱਸਿਆ ਕਿ ਤੇਰੇ ਪਿਤਾ ਨੇ ਤੈਨੂੰ ਵੇਚਣ ਤੋਂ ਬਾਅਦ ਵੀ ਜੂਏ ਦੀ ਲੱਤ ਨਹੀਂ ਛੱਡੀ। ਇੱਕ ਵਾਰ ਕੁਝ ਜੂਏਬਾਜ਼ਾਂ ਦੀ ਆਪਸ ਵਿੱਚ ਲੜਾਈ ਹੋ ਗਈ ਅਤੇ ਉਹ ਤੇਰੇ ਪਿਤਾ ਨੂੰ ਮਾਰਨ ਲੱਗੇ। ਕੁੱਟਦੇ ਹੋਏ ਤੇਰੇ ਪਿਤਾ ਦੇ ਸਿਰ ਤੇ ਡੂੰਘੀ ਸੱਟ ਲੱਗ ਗਈ, ਜਿਸ ਕਰਕੇ ਉਹ ਭੱਜ ਗਏ। ਪਰ ਆਸ-ਪਾਸ ਦੇ ਲੋਕਾਂ ਨੇ ਤੇਰੇ ਪਿਤਾ ਨੂੰ ਹਸਪਤਾਲ ਦਾਖਲ ਕਰਵਾਇਆ, ਪਰ ਸੱਟ ਡੂੰਘੀ ਸੀ। ਤੇਰੇ ਪਿਤਾ ਜੀ ਨਾ ਬਚ ਸਕੇ ਅਤੇ ਮਰ ਗਏ। ਪਾਪਾ ਦੀ ਮੌਤ ਦੀ ਖਬਰ ਸੁਣ ਕੇ ਹੰਝੂਆਂ ਦੀਆਂ ਕੁਝ ਬੂੰਦਾਂ ਮੇਰੀਆਂ ਗੱਲਾਂ ਤੇ ਬਹਿ ਗਈਆਂ, ਪਰ ਮੈਂ ਉਹਨਾਂ ਨੂੰ ਸਾਫ਼ ਕੀਤਾ ਕਿਉਂਕਿ ਅਜਾ ਪਿਤਾ ਹੋਣ ਨਾਲੋਂ ਪਿਤਾ ਤੋਂ ਬਿਨਾਂ ਰਹਿਣਾ ਚੰਗਾ ਸੀ। ਪਿਤਾ ਆਪਣੀਆਂ ਧੀਆਂ ਲਈ ਆਪਣੀ ਜਾਨ ਵੀ ਕੁਰਬਾਨ ਕਰ ਦਿੰਦੇ ਹਨ, ਪਰ ਮੇਰੇ ਪਿਤਾ ਨੇ ਮੈਨੂੰ ਹੀ ਕੁਰਬਾਨ ਕਰ ਦਿੱਤਾ। ਰਾਜਨ ਨੇ ਦੱਸਿਆ ਕਿ ਉਸ ਦੀ ਨੌਕਰੀ ਕਿਸੇ ਹੋਰ ਸ਼ਹਿਰ ਵਿੱਚ ਤਬਦੀਲ ਹੋ ਗਈ ਹੈ, ਇਸ ਲਈ ਉਹ ਮੈਨੂੰ ਅਤੇ ਉਸ ਦੀ ਮਾਂ ਨੂੰ ਨਾਲ ਲੈ ਜਾਵੇਗਾ। ਅਗਲੇ ਦਿਨ ਅਸੀਂ ਤਿੰਨੋਂ ਦੂਜੇ ਸ਼ਹਿਰ ਆ ਗਏ, ਜਿੱਥੇ ਸਾਡਾ ਵਿਆਹ ਬਹੁਤ ਸਾਦਗੀ ਨਾਲ ਹੋਇਆ। ਰਾਜਨ ਨੇ ਮੈਨੂੰ ਇੰਨਾ ਪਿਆਰ ਅਤੇ ਸਤਿਕਾਰ ਦਿੱਤਾ ਕਿ ਕਈ ਵਾਰ ਮੇਰੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਆ ਜਾਂਦੇ ਹਨ। ਕਦੇ ਮੈਨੂੰ ਮੇਰੀ ਮਾਂ ਦੀ ਕਮੀ ਮਹਿਸੂਸ ਨਾ ਹੋਣ ਦਿੱਤੀ। ਤਾਂ ਦੋਸਤੋ, ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।